ਮੈਂ ਤਾਂ ਇੱਕ ਸੋਤਾ ਸਾਹਿਬ ਨੂੰ ਇੱਕੋ ਹੀ ਰਿਕੁਐਸਟ ਕਰੂੰਗਾ ਐਜ਼ ਏ ਬ੍ਰਦਰ ਐਜ਼ ਏ NRI ਜੀ ਉਹ ਸੋਚਣ NRI ਸਭਾ ਬਾਰੇ ਅਤੇ ਇਸ ਅਦਾਰੇ ਤੋਂ ਅਸਤੀਫਾ ਦੇਣ। ਅੱਜ ਉਹਨਾਂ ਨੇ ਸ਼ਾਮ ਨੂੰ ਚਾਰਜ ਲਿਆ, ਦੂਸਰੇ ਦਿਨ ਉਹ ਅਮਰੀਕਾ ਨੂੰ ਚਲੇ ਗਏ। ਜੇ ਉਹਨਾਂ ਨੇ ਐਡੀ ਵੱਡੀ ਆਪਣੀ ਜ਼ਿੰਮੇਵਾਰੀ ਲਈ ਸੀ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਮੀਟਿੰਗਾਂ ਕਰਕੇ ਸਾਰਾ ਪ੍ਰੋਗਰਾਮ ਸੈੱਟ ਕਰਕੇ ਕਮਿਸ਼ਨਰ ਨੂੰ ਇਨਫੋਰਮ ਕਰਕੇ ਜਾਂਦੇ। ਜਿਹੜੀ ਕਾਂਗਰਸ ਸਰਕਾਰ ਬਣੀ ਆ ਇਹਨਾਂ ਨੇ ਸਾਰੇ ਕੰਮ ਉਲੀਕੇ ਸੀ ਪਰ ਅਜੇ ਕੋਈ ਸਿਰੇ ਚੜ੍ਹਿਆ ਨਹੀਂ। ਬਿਲਕੁਲ ਜੀ, ਮੇਰੇ ਸ਼ਾਇਦ ਜਿਹੜੇ ਕੰਮ ਕੀਤੇ ਉਹ ਸਰਕਾਰ ਨੂੰ ਨਹੀਂ ਪਸੰਦ ਆਏ ਹੋਣਗੇ ਤਾਂ ਉਹਨਾਂ ਨੇ ਮੈਨੂੰ ਨਹੀਂ ਚੁਣਿਆ। ਕੋਵਿਡ-19 ਦੇ ਦੌਰ ਦੇ ਵਿੱਚ ਇਸ ਸਮੇਂ ਅਨਲੌਕ ਕਿਤੇ ਚੱਲਦਾ ਪਿਆ ਤੇ ਕਿਤੇ ਲੋਕਡਾਊਨ ਚੱਲਦਾ ਪਿਆ। ਵਿਸ਼ਵ ਭਰ ਦੇ ਵਿੱਚ ਇਸ ਮਹਾਮਾਰੀ ਨੇ ਆਪਣਾ ਅਸਰ ਦਿਖਾਇਆ ਹੋਇਆ ਹੈ। ਜਦੋਂ ਅਸੀਂ ਪੰਜਾਬ ਦੇ ਸੰਦਰਭ ਦੇ ਵਿੱਚ ਇਸ ਮਹਾਮਾਰੀ ਦੀ ਜਾਂ ਫਿਰ ਇਸ ਮਹਾਮਾਰੀ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗੱਲ ਕਰਾਂਗੇ ਤੇ ਖਾਸ ਤੌਰ ਤੇ ਕਿਉਂਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ, ਵੱਡੀ ਗਿਣਤੀ 'ਚ ਲੋਕ ਜਿਹੜੇ ਆ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਕੇ ਵਸੇ ਹੋਏ ਨੇ, ਚਾਹੇ ਰੁਜ਼ਗਾਰ ਦੀ ਭਾਲ 'ਚ ਕਹਿ ਲਈਏ, ਚੰਗੇ ਭਵਿੱਖ ਦੀ ਭਾਲ 'ਚ ਕਹਿ ਲਈਏ। ਸੋ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਇਸ ਪੈਂਡੈਮਿਕ ਦੌਰ ਨੇ। ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਬਹੁਤ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਇੱਕ NRI ਸਭਾ ਹੋਂਦ ਦੇ ਵਿੱਚ ਆਈ। NRI ਸਭਾ ਦਾ ਮਕਸਦ ਇਹ ਸੀ ਕਿ ਪ੍ਰਵਾਸੀਆਂ ਨੂੰ ਜਿਹੜੀਆਂ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ ਉਹਨਾਂ ਦਾ ਹੱਲ ਕਰਨਾ। ਪਰ ਇਸ ਪੈਂਡੈਮਿਕ ਦੌਰ ਦੇ ਵਿੱਚ ਜਿੰਨੀਆਂ ਮੁਸ਼ਕਲਾਂ ਪ੍ਰਵਾਸੀਆਂ ਨੂੰ ਆਈਆਂ ਉਹਨਾਂ ਨੂੰ ਹੱਲ ਕਰਨ ਦੇ ਵਿੱਚ, ਪ੍ਰਵਾਸੀ ਪੰਜਾਬੀਆਂ ਦੇ ਨਾਲ ਖੜਨ ਦੇ ਵਿੱਚ NRI ਸਭਾ ਨੇ ਕਿੰਨਾ ਕੁ ਬਣਦਾ ਯੋਗਦਾਨ ਪਾਇਆ ਹੈ, ਕਿਸ ਤਰੀਕੇ ਨਾਲ ਕੰਮ ਕੀਤਾ ਆ, ਉਸ ਬਾਰੇ ਗੱਲਬਾਤ ਕਰਾਂਗੇ। ਔਰ ਇਸ ਵੇਲੇ ਸਾਡੇ ਨਾਲ NRI ਸਭਾ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਗਿੱਲ ਹੋਰੀ ਮੌਜੂਦ ਨੇ। ਜਸਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਅੱਜ ਮੈਨੂੰ ਬੋਲਣ ਦਾ ਮੌਕਾ ਦਿੱਤਾ ਅਤੇ ਜਿਹੜੇ ਕਿ ਤੁਸੀਂ ਕੁਐਸਚਨ ਹੁਣ ਕੀਤੇ ਆ ਇਹ ਬੜੇ ਜ਼ਰੂਰੀ ਆ। ਸਾਡੇ ਪ੍ਰਧਾਨ ਜੀ ਇੱਥੇ ਪ੍ਰੈਜ਼ੈਂਟ ਚਾਹੀਦੇ ਸੀ NRI ਦੀਆਂ ਮੁਸ਼ਕਲਾਂ ਨੂੰ ਸੁਣਨ ਦੇ ਲਈ, ਪਰ ਉਹ ਸਮੇਂ ਤੋਂ ਪਹਿਲਾਂ ਹੀ ਬਾਹਰ ਚਲੇ ਗਏ। ਮੈਂ ਇਸੇ ਕਰਕੇ, ਕਿਉਂਕਿ ਕੋਸ਼ਿਸ਼ ਤਾਂ ਸਾਡੀ ਇਹੀ ਸੀਗੀ ਕਿ ਮੌਜੂਦਾ ਪ੍ਰਧਾਨ ਨੇ ਜਿਹੜੇ ਕਿਰਪਾਲ ਸਹੋਤਾ ਜੀ, ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ, ਪਰ ਉਹ ਵਿਦੇਸ਼ ਦੇ ਵਿੱਚ ਬੈਠੇ ਨੇ। ਮੈਨੂੰ ਪਤਾ ਲੱਗਾ ਕਿ ਜਦੋਂ ਉਹਨਾਂ ਦੀ ਚੋਣ ਹੋਈ ਸੀ ਪ੍ਰਧਾਨ ਦੇ ਤੌਰ 'ਤੇ, ਬਹੁਤ ਛੇਤੀ ਉਸ ਤੋਂ ਬਾਅਦ ਵਾਪਸੀ ਉਹਨਾਂ ਨੇ ਕਰ ਲਈ ਸੀ। ਪਰ ਇਸ ਪੈਂਡੈਮਿਕ ਦੌਰ ਦੇ ਵਿੱਚ ਕੋਈ ਸੁੱਖ ਸੁਨੇਹਾ ਉਹਨਾਂ ਦੇ ਵੱਲੋਂ ਕਿ ਮੈਂ ਪੰਜਾਬੀਆਂ ਦੇ ਨਾਲ ਖੜ੍ਹਾ ਹਾਂ, ਪ੍ਰਵਾਸੀਆਂ ਦੇ ਨਾਲ ਖੜ੍ਹਾ, ਇੱਦਾਂ ਦਾ ਕੋਈ ਆਉਂਦਾ ਨਜ਼ਰ ਨਹੀਂ ਆਇਆ। ਹੁਣ ਸਾਬਕਾ ਪ੍ਰਧਾਨ ਹੋਰੀ ਸਾਡੇ ਨਾਲ ਨੇ। ਜਸਵੀਰ ਜੀ, ਇਸ ਦੌਰ ਦੇ ਵਿੱਚ ਜਿੱਦਾਂ ਦੀ NRI ਸਭਾ ਦੀ ਭੂਮਿਕਾ ਹੋਣੀ ਚਾਹੀਦੀ ਸੀ, ਕਿਉਂਕਿ ਮਕਸਦ ਹੀ NRI ਸਭਾ ਦਾ ਇਹ ਹੈ ਕਿ ਅਸੀਂ ਪ੍ਰਵਾਸੀਆਂ ਦੇ ਨਾਲ ਖੜਨਾ, ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ। ਬਹੁਤ ਸਾਰੇ ਲੋਕ ਇੱਥੇ ਫਸੇ ਹੋਏ ਸੀਗੇ ਜਿਹੜੇ ਲੋਕਡਾਊਨ ਤੋਂ ਬਾਅਦ ਨਹੀਂ ਜਾ ਸਕੇ। ਬਹੁਤ ਸਾਰੇ ਲੋਕ ਵਿਦੇਸ਼ਾਂ 'ਚ ਫਸੇ ਹੋਏ ਜਿਨ੍ਹਾਂ ਨੇ ਆਉਣਾ ਸੀਗਾ ਉਹ ਆ ਨਹੀਂ ਸਕੇ। ਉਹਨਾਂ ਨੂੰ ਲੈ ਕੇ NRI ਸਭਾ ਨੇ ਜਿਹੜੇ ਕੰਮ ਕਰਨੇ ਸੀ, ਜਿਹੜੇ ਤਰੱਦਦ ਕਰਨੇ ਸੀਗੇ, ਉਹ ਸਾਰੇ ਤਰੱਦਦ ਹੁੰਦੇ ਤੁਸੀਂ ਦੇਖਿਆ। ਕਿਉਂਕਿ ਭਾਵੇਂ ਸਾਬਕਾ ਪ੍ਰਧਾਨ ਹੋ ਪਰ ਮੈਂਬਰ ਤੁਸੀਂ ਹੈਗੇ ਹੋ, ਉੱਥੇ ਇੱਕ ਆਪੋਜੀਸ਼ਨ ਦਾ ਰੋਲ ਜ਼ਰੂਰ ਨਿਭਾ ਰਹੇ ਹੋ। ਕੀ ਪ੍ਰਸਥਿਤੀਆਂ ਨੇ ਇਸ ਵੇਲੇ NRI ਸਭਾ ਦੀਆਂ? ਇਸ ਵੇਲੇ NRI ਸਭਾ ਦੇ ਦਫ਼ਤਰ ਦੇ ਵਿੱਚ ਅੱਧਾ ਸਟਾਫ ਆ ਰਿਹਾ ਜੀ। ਮੀਨਸ ਅੱਧਾ ਇੱਕ ਦਿਨ ਆ ਜਾਂਦਾ, ਅੱਧਾ ਇੱਕ ਦਿਨ ਆ ਜਾਂਦਾ, ਲੇਕਿਨ ਕੋਈ ਉੱਥੇ NRI ਨਹੀਂ ਆ ਰਿਹਾ। ਚਲੋ, ਇੱਕ ਤਾਂ ਆਪਾਂ ਇਹ ਕਹੀਏ ਭਈ ਇਸ ਵੇਲੇ ਮੰਦਾ ਦੌਰ ਚੱਲ ਰਿਹਾ, ਟਰੈਵਲਿੰਗ ਬੰਦ ਆ ਜਾਂ ਹੋ ਰਿਹਾ, ਇਹ ਵੀ ਇੱਕ ਵੱਡਾ ਕਾਰਨ ਆ। ਲੇਕਿਨ ਪ੍ਰਧਾਨ ਜੀ ਦੇ ਇਲੈਕਟ ਹੋਣ ਤੋਂ ਬਾਅਦ ਉੱਥੇ ਟਾਂਟਾ ਲੱਗਾ NRI, ਕਿਉਂਕਿ ਉਸ ਵੇਲੇ ਲਾਕਡਾਊਨ ਨਹੀਂ ਸੀ ਜੀ। ਉਹ ਅੱਜ ਉਹਨਾਂ ਨੇ ਸ਼ਾਮ ਨੂੰ ਚਾਰਜ ਲਿਆ, ਦੂਸਰੇ ਦਿਨ ਉਹ ਅਮਰੀਕਾ ਨੂੰ ਚਲੇ ਗਏ। ਉਹਨਾਂ ਨੇ ਨਾ ਤਾਂ ਕੋਈ ਮੀਟਿੰਗ ਕੀਤੀ, ਨਾ ਕਮਿਸ਼ਨਰ ਸਾਹਿਬ ਨੂੰ ਮਿਲੇ, ਨਾ ਮੰਤਰੀ ਜੀ ਨੂੰ ਮਿਲੇ। ਉਹਨਾਂ ਨੇ ਤਾਂ ਸਵੇਰੇ ਬੋਰੀਆ ਬਿਸਤਰਾ ਇਕੱਠਾ ਕੀਤਾ ਅਤੇ ਇੱਥੋਂ ਚਲੇ ਗਏ। ਜੇ ਉਹਨਾਂ ਨੇ ਐਡੀ ਵੱਡੀ ਆਪਣੀ ਜ਼ਿੰਮੇਵਾਰੀ ਲਈ ਸੀ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਮੀਟਿੰਗਾਂ ਕਰਕੇ ਸਾਰਾ ਪ੍ਰੋਗਰਾਮ ਸੈੱਟ ਕਰਕੇ ਕਮਿਸ਼ਨਰ ਨੂੰ ਇਨਫੋਰਮ ਕਰਕੇ ਜਾਂਦੇ ਵੀ ਮੈਂ ਚੱਲਿਆ, ਮੈਂ ਵਾਪਸ ਆ ਜਾਣਾ। ਉਹਨਾਂ ਨੇ ਤਾਂ ਕੋਈ ਕੁਛ ਕੀਤਾ ਹੀ ਨਹੀਂ ਅਤੇ ਉਹਦਾ ਜਿਹੜਾ ਖਮਿਆਜਾ NRIs ਨੂੰ ਭੁਗਤਣਾ ਪਿਆ। ਮੈਂ ਇੱਥੇ ਸ਼ੁਰੂਆਤ ਦੇ ਵਿੱਚ ਹੀ ਗੱਲ ਇੱਕ ਸਪਸ਼ਟ ਕਰਨੀ ਚਾਹੁੰਦਾ। ਹੋ ਸਕਦਾ ਦੇਖਣ ਵਾਲੇ ਇਹ ਸਮਝਣਗੇ ਕਿ ਤੁਸੀਂ ਉਹਨਾਂ ਦੇ ਹੱਥੋਂ ਹਾਰੇ ਹੋ, ਤੁਸੀਂ ਆਪੋਜੀਸ਼ਨ 'ਚ ਹੋ, ਤੁਸੀਂ ਬਹੁਤ ਸਾਰੇ ਇਲਜ਼ਾਮ ਉਹਨਾਂ ਦੇ ਉੱਤੇ ਲਾਓਗੇ ਕਿ ਆਹ ਨਹੀਂ ਕੀਤਾ, ਆਹ ਨਹੀਂ ਕੀਤਾ। ਪਰ ਇਹਨਾਂ ਇਲਜ਼ਾਮਾਂ ਦੇ ਪਿੱਛੇ ਤਰਕ ਕੀ ਹੈ, ਤੱਥ ਕੀ ਹੈ, ਕਿਹੜੀਆਂ ਗੱਲਾਂ ਦੇ ਆਧਾਰ 'ਤੇ ਤੁਸੀਂ ਕਹਿੰਦੇ ਕਿ ਉਹ ਪ੍ਰਧਾਨ ਬਣਨ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਉਹਨਾਂ ਨੂੰ ਨਿਭਾਉਣੀ ਚਾਹੀਦੀ ਸੀ ਉਹ ਨਹੀਂ ਨਿਭਾਈ? ਉਹ
ਪਹਿਲੀ ਗੱਲ ਦੇ ਵਿੱਚ ਹੀ ਪਹਿਲੇ ਸਵਾਲਾਂ ਦੇ ਜਵਾਬਾਂ ਦੇ ਵਿੱਚ ਹੀ ਆਪਾਂ ਦਰਸ਼ਕਾਂ ਨੂੰ ਸਪਸ਼ਟ ਕਰ ਦਈਏ ਤਾਂ ਕਿ ਇਹ ਸਾਡੀ ਇੰਟਰਵਿਊ ਜਿਹੜੀ ਆ ਉਸ ਪਾਸੇ ਨੂੰ ਜਾਂਦੀ ਨਾ ਨਜ਼ਰ ਆਵੇ ਕਿ ਇੱਕ ਜਿਹੜਾ ਵਿਰੋਧ ਦੇ ਲਈ ਹੀ ਇਹ ਇੰਟਰਵਿਊ ਕੀਤੀ ਗਈ ਹੈ। ਪ੍ਰਵਾਸੀਆਂ ਦੀਆਂ ਮੁਸ਼ਕਲਾਂ ਜਾਂ ਉਹਨਾਂ ਦੇ ਨਾਲ NRI ਸਭਾ ਦੇ ਖੜਨ ਦੀ ਜਿਹੜੀ ਭੂਮਿਕਾ ਆ ਉਹਦੇ ਬਾਰੇ ਗੱਲ ਨਹੀਂ ਹੋ ਰਹੀ। ਤੁਸੀਂ ਜਿਹੜਾ ਇਹ ਸਵਾਲ ਕੀਤਾ ਬਿਲਕੁਲ ਸਹੀ ਆ। ਮੈਂ ਤਾਂ ਉਹਨਾਂ ਦੇ ਖਿਲਾਫ ਬੋਲਿਆ ਹੀ ਨਹੀਂ ਜੀ। ਮੈਂ ਹਾਰਨ ਤੋਂ ਬਾਅਦ ਆਪਣੀ ਹਾਰ ਸਵੀਕਾਰ ਕਰਕੇ ਉਹਨਾਂ ਨੂੰ ਕਿਹਾ, ਸੋਤਾ ਸਾਹਿਬ ਤੁਸੀਂ ਹੁਣ ਪ੍ਰਧਾਨ ਬਣ ਗਏ ਆ, ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਅਸੀਂ ਤੁਹਾਡੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਕੰਮ ਕਰਾਵਾਂਗੇ, NRI ਦੀਆਂ ਤੁਸੀਂ ਸਮੱਸਿਆਵਾਂ ਸੁਣੋ। ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਸੋਤਾ ਸਾਹਿਬ ਨੇ ਚਲੇ ਜਾਣਾ। ਮੈਂ ਉਹਨਾਂ ਦੇ ਖਿਲਾਫ ਨਹੀਂ, ਉਹਨਾਂ ਦੇ ਜਿੱਤਣ ਦੇ ਖਿਲਾਫ ਨਹੀਂ। ਹਾਰ ਜਿੱਤ ਹੁੰਦੀ ਆ। ਹਰ ਇੱਕ NRI ਜਿਹੜੇ ਹੈਗੇ ਆ ਜਿਨ੍ਹਾਂ ਦੇ ਤੁਸੀਂ ਪ੍ਰਧਾਨ ਬਣਦੇ ਹੋ ਤੁਹਾਡੇ ਤੋਂ ਐਕਸਪੈਕਟ ਕਰਦੇ ਆ, ਅਤੇ ਅਸੀਂ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਤੁਹਾਡੇ ਕੋਈ ਖਿਲਾਫ ਨਹੀਂ ਕੀਤੀ, ਇਲੈਕਸ਼ਨ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ। ਅਸੀਂ ਤਾਂ ਤੁਹਾਨੂੰ ਆਪਣਾ ਸਾਥ ਦਿੱਤਾ। ਅਸੀਂ ਕੋਈ ਇੱਦਾਂ ਦੀ ਗੱਲ ਨਹੀਂ ਵੀ ਅਸੀਂ ਉਹਨਾਂ ਦੇ ਖਿਲਾਫ ਹਾਂ। ਲੇਕਿਨ ਤੁਸੀਂ ਜੇ ਕੰਮ ਨਹੀਂ ਕੀਤਾ ਜਾਂ ਤੁਸੀਂ ਚਲੇ ਗਏ ਆ ਤਾਂ ਉਹਦੇ ਬਾਰੇ ਤਾਂ ਅਸੀਂ ਜ਼ਰੂਰ ਦੱਸਾਂਗੇ। ਦੱਸਣਾ ਬਣਦਾ ਵੀ ਆ ਤੁਹਾਡੇ ਕੋਲ, ਕਿਉਂਕਿ ਤੁਸੀਂ ਸਾਬਕਾ ਪ੍ਰਧਾਨ ਰਹਿ ਚੁੱਕੇ ਹੋ। ਬਹੁਤ ਸਾਰੇ ਪ੍ਰਵਾਸੀ ਜਿਹੜੇ NRI ਸਭਾ ਦੇ ਲਾਈਫ ਟਾਈਮ ਮੈਂਬਰ ਬਣੇ, ਮੇਰਾ ਖਿਆਲ ਹੈ 10,000 ਤੋਂ ਵੱਧ ਜਿਹੜੀ ਰਕਮ ਦੇਣੀ ਪੈਂਦੀ ਆ ਲਾਈਫ ਟਾਈਮ ਮੈਂਬਰ ਬਣਨ ਲਈ, ਜਾਂ ਇਹਦੇ ਤੋਂ ਜ਼ਿਆਦਾ ਵੀ ਜਿਹੜੀ ਹੋ ਸਕਦੀ, ਘੱਟ ਵੀ ਹੋ ਸਕਦੀ, ਦੁਰਸਤ ਕਰ ਦਿਓ ਮੈਨੂੰ। ਤੇ ਉਹ ਜਿਨ੍ਹਾਂ ਨੇ ਉਹ ਪੈਸਾ ਵੀ ਦਿੱਤਾ ਆ, ਮੈਂਬਰਸ਼ਿਪ ਵੀ ਲਈ ਆ, ਤੇ ਇਹ ਵੀ ਉਮੀਦ ਰੱਖੀ ਆ ਕਿ NRI ਸਭਾ ਮੁਸ਼ਕਲ ਦੇ ਵਿੱਚ ਸਾਡੇ ਨਾਲ ਖੜ੍ਹਦੀ ਨਜ਼ਰ ਆਏਗੀ। ਇਸ ਦੌਰ ਦੇ ਵਿੱਚ, ਪੈਂਡੈਮਿਕ ਦੌਰ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਈਆਂ, ਤੁਸੀਂ ਮੈਂਬਰ ਹੋਣ ਦੇ ਨਾਤੇ ਜੇ ਤੁਹਾਡੇ ਕੋਲ ਪੁੱਛੀਏ NRI ਸਭਾ ਕਿੰਨੀ ਉਹਨਾਂ ਦੇ ਨਾਲ ਖੜੀ ਹੈ, ਉਹ ਜ਼ਰੂਰ ਦੱਸ ਦਿਓ। ਅਸੀਂ ਬਿਲਕੁਲ ਕਿਸੇ ਨੂੰ ਫੋਰਸ ਨਹੀਂ ਕੀਤਾ ਜੀ। ਹੁਣ ਪ੍ਰਧਾਨ ਸਾਹਿਬ ਹੈ ਨਹੀਂ ਸੀ ਅਤੇ ਆਟੋਮੈਟਿਕਲੀ ਬੰਦੇ ਮੇਰੇ ਕੋਲ ਆਉਣੇ ਸ਼ੁਰੂ ਹੋ ਗਏ, ਅਤੇ ਮੈਂ ਜਿੰਨਾ ਵੀ ਘੱਟ ਕਮਾਂ ਭਈ ਮੈਂ ਉਹਨਾਂ ਲਈ ਕੰਮ ਕੀਤਾ। ਐਂਡ ਮੈਂ ਜਿਹੜੀ ਐਡਮਿਨਿਸਟ੍ਰੇਸ਼ਨ ਆ ਮੈਂ ਉਹਦਾ ਧੰਨਵਾਦ ਕਰਦਾ। ਉਹਨਾਂ ਨੇ ਮੇਰੀ ਐਜ਼ ਏ ਪ੍ਰਧਾਨ ਹੀ ਮੈਨੂੰ ਸਵੀਕਾਰ ਕੀਤਾ। ਮੈਂ ਉਹਨਾਂ ਨੂੰ ਜਦੋਂ ਲੈ ਕੇ ਜਾਂਦਾ ਸੀ, ਉਹਨਾਂ ਦੇ ਕੰਮ ਕਰਾਉਂਦਾ ਸੀ, ਉਹਨਾਂ ਨੂੰ ਭੇਜਦਾ ਸੀ ਬਾਹਰ, ਉਹਨਾਂ ਨੇ ਮੇਰਾ ਪੂਰਾ ਸਾਥ ਦਿੱਤਾ। ਆਈ ਐਮ ਥੈਂਕਫੁਲ ਟੂ ਦਾ ਐਡਮਿਨਿਸਟ੍ਰੇਸ਼ਨ। ਅਤੇ ਕੋਈ ਇੱਦਾਂ ਦੀ ਸਾਨੂੰ ਪ੍ਰੋਬਲਮ ਨਹੀਂ ਆਈ ਕਿ ਸਾਡੇ ਪ੍ਰਧਾਨ ਜੀ ਇੱਥੇ ਹੈ ਨਹੀਂ ਅਤੇ ਸਾਡੇ ਬਾਅਦ 'ਚ ਕੰਮ ਰੁਕ ਗਏ। ਜਿੰਨਾ ਸਾਡੇ ਤੋਂ ਵੱਧ ਕੰਮ ਕਰਵਾ ਹੋਇਆ ਆਪਣੇ NRI ਭੈਣ ਭਰਾਵਾਂ ਦਾ, ਉਹ ਅਸੀਂ ਕਰਵਾਇਆ। ਮੈਂ ਉਹੀ ਜਾਣਨਾ ਚਾਹੁੰਦਾ ਕਿ ਕਿਵੇਂ NRI ਸਭਾ ਖੜੀ ਹੈ ਇਸ ਦੌਰ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕ ਇੱਥੇ ਇਸ ਗੱਲੋਂ ਬਹੁਤ ਦੁਖੀ, ਤੰਗ, ਪਰੇਸ਼ਾਨ ਨਜ਼ਰ ਆਏ ਕਿ ਲੋਕਡਾਊਨ ਹੋਇਆ, ਇੱਥੇ ਫਸ ਕੇ ਰਹਿ ਗਿਆ, ਸਟਕ ਹੋ ਕੇ ਰਹਿ ਗਿਆ। ਫਲਾਈਟਾਂ ਤਾਂ ਬਹੁਤ ਸਾਰੇ ਮੁਲਕਾਂ ਨੇ ਬੰਦ ਕੀਤੀਆਂ ਸੀਗੀਆਂ, ਪਰ ਜਿਹੜੀਆਂ ਖਾਸ ਫਲਾਈਟਾਂ ਚਲਾਈਆਂ ਗਈਆਂ ਸੀ ਆਪੋ ਆਪਣੇ ਨਾਗਰਿਕਾਂ ਨੂੰ ਇੱਥੋਂ ਲਿਜਾਣ ਲਈ ਵੱਖ-ਵੱਖ ਮੁਲਕਾਂ ਦੇ ਵੱਲੋਂ, ਉਹਨਾਂ ਫਲਾਈਟਾਂ ਤੱਕ ਪਹੁੰਚ ਕਰਨੀ, ਅਪਰੋਚ ਕਰਨੀ, ਉਹਨਾਂ ਫਲਾਈਟਾਂ ਦੇ ਵਿੱਚ ਜਾਣਾ, ਉੱਥੇ ਵੀ ਕਈ ਦਿੱਕਤਾਂ ਆਈਆਂ ਸੀਗੀਆਂ। ਕੀ NRI ਸਭਾ ਉਹਨਾਂ ਦੇ ਨਾਲ ਉੱਥੇ ਖੜੀ, ਤੁਹਾਡੇ ਤੱਕ ਪਹੁੰਚ ਬਣਾਈ ਕਿਸੇ ਨੇ ਕਿ ਇਹ ਕੰਮ ਦੇ ਵਿੱਚ ਸਾਡੀ ਮਦਦ ਕਰੋ? ਬਿਲਕੁਲ ਜੀ, ਮੇਰੇ ਕੋਲ ਬਹੁਤ ਕੇਸਿਸ ਆਏ, ਮੈਂ ਉਹਨਾਂ ਦੀ ਪੂਰੀ ਮਦਦ ਕੀਤੀ। ਉਹਨਾਂ ਨੂੰ ਪੂਰਾ ਦੱਸਿਆ ਵੀ ਕਿੱਦਾਂ ਅਪਰੋਚ ਕਰਨੀ, ਕਿੱਦਾਂ ਐਮਬੈਸੀ ਨੂੰ ਕਰਕੇ ਸਾਰਾ ਉਹਨਾਂ ਦੇ ਕੰਮ ਸੈੱਟ ਕੀਤੇ, ਉਹਨਾਂ ਨੂੰ ਵਾਪਸ ਭੇਜਿਆ। ਤੁਸੀਂ ਉਹਨਾਂ ਨੂੰ ਭੇਜਿਆ, ਅਤੇ ਜਿਹੜੀਆਂ ਪਰਿਸਥਿਤੀਆਂ ਇਸ ਵੇਲੇ ਹੈਗੀਆਂ, ਕੀ NRI ਸਭਾ ਦੇ ਕੰਮਕਾਰ ਤੋਂ ਪ੍ਰਵਾਸੀ ਤੁਹਾਨੂੰ ਖੁਸ਼ ਨਜ਼ਰ ਆ ਰਹੇ ਆ? ਕਿਉਂਕਿ ਵੱਡਾ ਸਵਾਲ ਤਾਂ ਇਹੀ ਹੈ ਕਿ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਤੁਸੀਂ ਸਾਡੀ ਬਾਂਹ ਫੜਨੀ ਆ ਪੰਜਾਬ ਦੇ ਵਿੱਚ, ਜੇ ਅਸੀਂ ਆਉਂਦੇ ਹਾਂ ਸਾਨੂੰ ਕੋਈ ਦਿੱਕਤ ਆਉਂਦੀ ਆ, ਅਤੇ ਕੀ ਬਾਂਹ ਫੜ ਰਹੀ ਹੈ ਸੰਸਥਾ? ਤੁਸੀਂ ਕਹਿੰਦੇ ਕਿ ਆਪਣੇ ਪੱਧਰ 'ਤੇ ਜਿੰਨਾ ਯਥਾ ਸੰਭਵ ਹੋ ਸਕਿਆ ਕੀਤਾ, ਪਰ ਸਭਾ ਦੀ ਕਾਰਜਸ਼ੈਲੀ, ਸਭਾ ਦੇ ਆਗੂ ਜਿਹੜੇ ਆ ਜਿਨ੍ਹਾਂ ਨੂੰ ਚੁਣਿਆ ਗਿਆ ਵੋਟਾਂ ਪਾ ਕੇ, ਉਹਨਾਂ ਨੇ ਉਹ ਸਾਰਾ ਕੁਝ ਕੀਤਾ, ਵਿਸ਼ਵਾਸ ਜਗਾ ਸਕਿਆ, ਜਾਂ ਲੱਗਦਾ ਕਿ ਹੁਣ ਵਿਸ਼ਵਾਸ ਟੁੱਟਣਾ ਸ਼ੁਰੂ ਹੋ ਗਿਆ ਪ੍ਰਵਾਸੀਆਂ ਦਾ NRI ਸਭਾ ਦੇ ਵਿੱਚ? ਬਿਲਕੁਲ ਜੀ, ਵਿਸ਼ਵਾਸ ਟੁੱਟਣਾ ਸ਼ੁਰੂ ਹੋ ਗਿਆ। ਤੁਸੀਂ ਦੇਖੋ, ਓਪੋਜੀਸ਼ਨ ਜਿਹੜੀ ਸੀਗੀ, ਮੇਰੀ ਓਪੋਜੀਸ਼ਨ ਸੀ, ਉਸ ਦਿਨ ਤਾਂ ਸਾਰੇ ਉੱਥੇ ਹਾਜ਼ਰ ਸੀ। ਹੁਣ ਕਮੇਟੀ ਵੀ ਬਣ ਗਈ, ਕਮੇਟੀ ਬਣੀ ਨੂੰ ਵੀ 3 ਮਹੀਨੇ ਹੋ ਗਏ, ਕੋਈ ਮੀਟਿੰਗ ਨਹੀਂ, ਕੋਈ ਉਹਨਾਂ ਦੇ ਵਿੱਚੋਂ NRI ਸਭਾ ਨਹੀਂ ਗਿਆ। ਮੈਂ ਵੇਲਾ ਮੈਂ ਉੱਥੇ ਜਾਂਦਾ, ਜੇ ਕੋਈ ਕੰਮ ਹੋਵੇ ਤਾਂ ਮੈਂ ਕਰਵਾਇਆ ਹੁੰਦਾ, ਅਦਰਵਾਈਜ਼ ਕਿਸੇ ਨੂੰ ਹੋਰ ਕੋਈ ਇੰਟਰਸਟ ਨਹੀਂ ਹੈ। ਜੇ ਕੋਈ ਸਾਡੀ ਇੰਟਰਵਿਊ ਦੇਖ ਰਿਹਾ ਪ੍ਰਵਾਸੀ ਪੰਜਾਬੀ ਹੋਵੇ, ਇੱਥੇ ਫਸਿਆ, ਕਿਸੇ ਕਿਸਮ ਦੀ ਉਹਨੂੰ ਦਿੱਕਤ ਹੈ, ਤਾਂ ਕਿੱਦਾਂ NRI ਸਭਾ ਨਾਲ ਜਿਹੜਾ ਉਹ ਸੰਬੰਧ ਬਣਾ ਸਕਦਾ, ਕਿੱਦਾਂ ਤੁਹਾਡੇ ਤੱਕ ਅਪਰੋਚ ਕਰ ਸਕਦਾ ਤਾਂ ਕਿ ਉਹਦੀ ਦਿੱਕਤ ਜਿਹੜੀ ਆ ਉਹ ਦੂਰ ਹੋ ਜਾਵੇ? ਇਹ ਵੀ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚਣੀ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਉਹ NRI ਸਭਾ ਨੂੰ ਅਪਰੋਚ ਕਰ ਸਕਦੇ ਆ। ਜਿੱਥੇ ਸਾਡੇ ਲਾਅ ਆਫਿਸਰ ਵੀ ਹੈਗੇ ਆ, ਸਾਡੇ ਜਿਹੜੇ ਪਰਸਨਲ ਅਸਿਸਟੈਂਟ ਹੁੰਦੇ ਆ ਆਪਣੇ ਪ੍ਰੈਜ਼ੀਡੈਂਟ ਸਾਹਿਬ ਦੇ, ਉਹ ਵੀ ਹੈਗੇ ਆ। ਜੇ ਕੋਈ ਉਹਨਾਂ ਤੋਂ ਕੰਮ ਨਹੀਂ ਹੁੰਦਾ ਤਾਂ ਉਹ ਮੈਨੂੰ ਕੰਮ ਰੈਫਰ ਕਰ ਵੀ ਦਿੰਦੇ ਆ, ਕਿਉਂਕਿ ਹੋਰ ਕੋਈ ਬੰਦਾ ਸੁਣਨ ਵਾਲਾ ਹੈ ਨਹੀਂ, ਇਸ ਕਰਕੇ ਉਹਨਾਂ ਨੂੰ ਕਰਨੇ ਪੈਂਦੇ ਆ। ਅਦਰਵਾਈਜ਼ ਜੇ ਕੋਈ ਬੰਦਾ ਡਾਇਰੈਕਟਲੀ ਵੀ ਮੇਰੇ ਕੋਲ ਆ ਜਾਂਦਾ ਤਾਂ ਮੈਂ ਉਹਨਾਂ ਦਾ ਕੰਮ ਕਰਵਾ ਦਿੰਦਾ। NRI ਸਭਾ ਵੀ ਉਹਨਾਂ ਨੂੰ
ਸਿਰ ਤੇ ਚੱਕਣ ਨੂੰ ਤਿਆਰ ਆ। ਉਹ ਆਪਣੇ ਪ੍ਰੋਬਲਮ ਦੱਸਣ, ਉੱਥੇ ਉਹਨਾਂ ਨੂੰ ਸੁਣਨ ਲਈ ਉਹ ਅਮਲਾ ਜਿਹੜਾ ਆ ਮੌਜੂਦ ਹੈਗਾ। ਆਮ ਤੌਰ ਤੇ ਨਾ ਜਦੋਂ ਕੋਈ ਚੁਣਿਆ ਜਾਂਦਾ, ਸਰਕਾਰ ਵੀ ਚੁਣੀ ਜਾਂਦੀ ਹੈ, ਚਾਹੇ ਸੂਬੇ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ, ਤੇ 6 ਮਹੀਨੇ ਦਾ ਟਾਈਮ ਨਾ ਉਹਦਾ ਆਪਾਂ ਹਨੀਮੂਨ ਪੀਰੀਅਡ ਮੰਨਦੇ ਹਾਂ ਕਿ 6 ਮਹੀਨੇ ਐਡਜਸਟ ਹੋਣ ਦੇ ਵਿੱਚ, ਦੇਖਣ ਚਾਖਣ ਦੇ ਵਿੱਚ ਨਿਕਲਦਾ। ਅਸੀਂ ਬਹੁਤੇ ਕਿੰਤੂ ਪਰੰਤੂ ਨਹੀਂ ਕਰਦੇ। ਜਿਸ ਤਰੀਕੇ ਨਾਲ ਤੁਹਾਡੇ ਨਾਲ ਗੱਲਬਾਤ ਹੋਈ ਆ, ਪਤਾ ਲੱਗਾ ਕਿ 7 ਮਹੀਨੇ ਤੋਂ ਜ਼ਿਆਦਾ ਹੀ ਤਕਰੀਬਨ ਸਮਾਂ ਹੋ ਗਿਆ ਆ ਪ੍ਰਧਾਨ ਸਾਹਿਬ ਜਿਹੜੇ ਆ ਉਹ ਨਹੀਂ ਇਸ ਪਾਸੇ ਵੱਲ ਰਾਬਤਾ ਬਣਾ ਰਹੇ, ਨਹੀਂ ਦੇਖ ਰਿਹਾ। ਕੋਈ NRI ਸਭਾ ਨੇ ਇੱਦਾਂ ਦਾ ਮਾਪਦੰਡ ਨਹੀਂ ਰੱਖਿਆ ਕਿ ਜਿਹੜੇ ਚੁਣੇ ਹੋਏ ਮੈਂਬਰ ਆ, ਇਕੱਲਾ ਪ੍ਰਧਾਨ ਨਹੀਂ, ਜਿਹੜੇ ਮੈਂਬਰ ਵੀ ਚੁਣੇ ਹੋਏ ਆ ਇਹਦੇ, ਉਹ ਮੈਂਬਰ ਵੀ ਜੇ ਠੀਕ ਤਰੀਕੇ ਨਾਲ ਹਾਜ਼ਰੀ ਨਹੀਂ ਦਿੰਦੇ, ਇਹਦੇ ਵੱਲ ਧਿਆਨ ਨਹੀਂ ਦਿੰਦੇ, ਤੇ ਉਹਨਾਂ ਦੇ ਅਹੁਦੇ ਨੂੰ ਕਿਸੇ ਕਿਸਮ ਦਾ ਜਿਹੜਾ ਉਹ ਫਰਕ ਆ ਸਕਦਾ, ਜਾਂ ਉਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਜਾ ਸਕਦੀ, ਜਾਂ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ। ਇੱਦਾਂ ਦਾ ਕੋਈ ਮਾਪਦੰਡ ਨਹੀਂ ਰੱਖਿਆ ਹੋਇਆ। ਬਿਲਕੁਲ ਜੀ, ਉਹਨਾਂ ਨੇ ਐਫੀਡੇਵਿਟ ਦਿੱਤਾ ਹੈਗਾ ਭਈ ਮੈਂ ਸਾਲ ਦੇ ਵਿੱਚ 9 ਮਹੀਨੇ ਇੰਡੀਆ ਦੇ ਵਿੱਚ ਰਹੂੰਗਾ ਜੀ। ਜਿਹੜੇ ਉਹ ਰਹੇ ਨਹੀਂ, ਚਲੋ ਹੁਣ ਉਹਨਾਂ ਨੂੰ ਬਹਾਨਾ ਵੀ ਹੈਗਾ ਵੀ ਲਾਕਡਾਊਨ ਹੋ ਗਿਆ, ਮੈਂ ਆ ਨਹੀਂ ਸਕਦਾ ਜਾਂ ਹੋ ਰਿਹਾ। ਪਰ ਮੈਂ ਤਾਂ ਇੱਕ ਸੋਤਾ ਸਾਹਿਬ ਨੂੰ ਇੱਕੋ ਹੀ ਰਿਕੁਐਸਟ ਕਰੂੰਗਾ ਐਜ਼ ਏ ਬ੍ਰਦਰ, ਐਜ਼ ਏ NRI, ਜੀ ਉਹ ਸੋਚਣ NRI ਸਭਾ ਬਾਰੇ, ਤੇ ਇਸ ਅਦਾਰੇ ਤੋਂ ਅਸਤੀਫਾ ਦੇਣ, ਇਹਦੀਆਂ ਇਲੈਕਸ਼ਨਾਂ ਦੁਬਾਰਾ ਹੋਣ। ਨਾਲੇ ਜਿਸ ਬੰਦੇ ਦਾ ਕਾਰੋਬਾਰ ਅਮਰੀਕਾ ਦੇ ਵਿੱਚ ਆ, ਉਹ ਇੰਡੀਆ ਦੇ ਵਿੱਚ ਰਹਿ ਕੇ ਕਦੀ ਸੇਵਾ ਕਰ ਹੀ ਨਹੀਂ ਸਕਦਾ ਜੀ। ਇਹ ਮੈਂ ਗੱਲ ਪਹਿਲਾਂ ਵੀ ਕਹੀ ਸੀ, ਇਹ ਮੈਂ ਗੱਲ ਹੁਣ ਵੀ ਕਹੂੰਗਾ। ਉਹ ਜੇ ਅਸਤੀਫਾ ਦਿੰਦੇ ਆ ਤੇ ਸਾਡਾ ਇਲੈਕਸ਼ਨ ਕਰਾਉਣ ਦਾ ਰਾਹ ਜਿਹੜਾ ਆ ਪੱਧਰਾ ਹੋ ਜਾਂਦਾ ਆ, ਤੇ ਜਿਹੜਾ ਵੀ ਬੰਦਾ ਗਾਹਾਂ ਪ੍ਰਧਾਨ ਚੋਣ ਹੋਊਗਾ ਉਹ ਇਹਨੂੰ ਪੂਰੀ ਸੇਵਾ ਦੇ ਸਕਦਾ। ਆਮ ਤੌਰ 'ਤੇ ਨਾ ਪੰਜਾਬੀਆਂ ਦੇ ਬਹੁਤ ਸਾਰੇ ਐਲੀਗੇਸ਼ਨ ਲੱਗਦੇ ਆ ਇੱਥੇ ਪੰਜਾਬ ਦੇ ਵਿੱਚ। ਜਦੋਂ ਕੋਈ ਚੋਣ ਹੁੰਦੀ ਆ ਨਾ, ਤੇ ਇਹ ਪਰਸੈਪਸ਼ਨ ਬਣੀ ਆ, ਬਹੁਤ ਸਾਰੇ ਜਿਹੜੇ ਬਾਹਰਲੇ ਮੀਡੀਆ ਚੈਨਲਸ ਹੈਗੇ ਆ ਉਹਨਾਂ ਦੇ ਉੱਤੇ, ਜਦੋਂ ਵੀ ਕੋਈ ਪ੍ਰਵਾਸੀ ਪੰਜਾਬੀ ਆਉਂਦਾ ਤੇ ਇਹ ਗੱਲ ਕਰਦਾ ਕਿ ਪੰਜਾਬ ਦੇ ਲੋਕਾਂ ਨੂੰ ਨਾ ਚੋਣ ਕਰਨ ਦਾ ਪਤਾ ਨਹੀਂ ਆ ਕਿ ਲੀਡਰ ਕਿੱਦਾਂ ਦੇ ਚੁਣਨੇ ਚਾਹੀਦੇ ਆ, ਤਾਂ ਕਰਕੇ ਇਦਾਂ ਦਾ ਸਿਸਟਮ ਹੋਇਆ। ਪਰ ਆਪਣੀ ਸਭਾ ਚੁਣਨ ਲੱਗਿਆਂ ਉਹ ਚੀਜ਼ਾਂ ਕੀ ਪ੍ਰਵਾਸੀਆਂ ਨੇ ਨਹੀਂ ਦੇਖੀਆਂ ਕਿ ਇਸ ਤਰੀਕੇ ਨਾਲ ਸਾਨੂੰ ਚੋਣ ਕਰਨੀ ਚਾਹੀਦੀ ਆ, ਆਹ ਵਿਅਕਤੀ ਜਿਹੜਾ ਉਹ ਸਾਡੇ ਕੰਮ ਕਰਨ ਵਾਲਾ ਹੈਗਾ, ਆਹ ਵਿਅਕਤੀ ਕੰਮ ਕਰਨ ਵਾਲਾ ਨਹੀਂ ਆ, ਜਾਂ ਤੁਹਾਡਾ ਜਿਹੜਾ ਪਿਛਲਾ ਕਾਰਜਕਾਲ ਸੀ ਤੁਸੀਂ ਵਧੀਆ ਨਹੀਂ ਕੰਮ ਕੀਤਾ ਇਸ ਕਰਕੇ ਤੁਹਾਨੂੰ ਨਹੀਂ ਚੁਣਿਆ ਗਿਆ। ਬਿਲਕੁਲ ਜੀ, ਮੇਰੇ ਸ਼ਾਇਦ ਜਿਹੜੇ ਕੰਮ ਕੀਤੇ ਉਹ ਸਰਕਾਰ ਨੂੰ ਨਹੀਂ ਪਸੰਦ ਆਏ ਹੋਣਗੇ, ਤਾਂ ਉਹਨਾਂ ਨੇ ਮੈਨੂੰ ਨਹੀਂ ਚੁਣਿਆ। ਜੇ ਸਰਕਾਰ ਨੂੰ ਪਸੰਦ ਆਏ ਜਾਂ ਨਹੀਂ ਆਏ ਉਹ ਗੱਲ ਵੱਖਰੀ ਹੈ, ਕਿਉਂਕਿ ਵੋਟ ਸਰਕਾਰ ਨੇ ਨਹੀਂ ਪਾਈ, ਵੋਟ ਪ੍ਰਵਾਸੀਆਂ ਨੇ ਪਾਈ ਹੈ। ਮੈਂ ਹੁਣ ਕੀ ਕਹਿ ਸਕਦਾ ਜੀ, ਮੈਂ ਜ਼ਿਆਦਾ ਇਹਦੇ ਉੱਤੇ ਟਿੱਪਣੀ ਨਹੀਂ ਕਰਨੀ ਚਾਹੁੰਦਾ, ਕਿਉਂਕਿ ਇਲੈਕਸ਼ਨ ਹੋਈ, ਇਲੈਕਸ਼ਨ ਨੂੰ ਅਸੀਂ ਸਿਰ ਮੱਥੇ 'ਤੇ ਲਿਆ, ਐਂਡ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਆ ਉਹ ਸਿਰ ਮੱਥੇ 'ਤੇ ਲਏ। ਨਹੀਂ ਪਸੰਦ ਕੀਤਾ ਹੋਊਗਾ ਤਾਂ ਨਹੀਂ ਵੋਟ ਪਈ, ਅਤੇ ਮੈਂ ਚਾਹੂੰਗਾ ਵੀ ਜਿਹੜਾ ਵੀ ਬੰਦਾ ਕੰਮ ਕਰਨ ਵਾਲਾ ਅੱਗੇ ਉਹਨੂੰ ਵੋਟ ਪਾਓ ਅਤੇ ਉਹਨੂੰ ਅੱਗੇ ਲਿਆਓ, ਅਤੇ ਸਾਰਾ ਕੰਮ ਠੀਕ ਹੋ ਜਾਊਗਾ। ਜੇ ਮੈਂ ਨਹੀਂ ਚੰਗੇ ਕੰਮ ਕੀਤੇ ਤਾਂ ਠੀਕ ਆ। ਨਾ ਤਾਂ ਸਾਡਾ ਮਕਸਦ ਤੁਹਾਨੂੰ ਇੱਦਾਂ ਦੇ ਸਵਾਲ ਪੁੱਛਣ ਦਾ ਇਹ ਹੈ ਕਿ ਅਸੀਂ ਸਵਾਦ ਲੈਣਾ ਕਿਸੇ ਕਿਸਮ ਦਾ, ਨਾ ਸਾਡਾ ਮਕਸਦ ਇਹ ਹੈ ਕਿ ਤੁਹਾਡੇ ਵਿੱਚ ਕਿਸੇ ਕਿਸਮ ਦੀ ਦਰਾਰ ਪਾਉਣੀ ਆ, ਕਿ ਉਹ ਜਿਹੜੀ ਤੁਹਾਡੀ ਇੱਕ ਤਰੀਕੇ ਨਾਲ ਪੋਲੀਟੀਕਲੀ ਵਿਰੋਧਤਾ ਹੁੰਦੀ ਆ ਉਹਨੂੰ ਅਸੀਂ ਇਸ ਤਰੀਕੇ ਨਾਲ ਭਖਾ ਕੇ ਦਿਖਾਉਣਾ। ਸਾਡਾ ਮਕਸਦ ਹੈ ਕਿ ਜਿਸ ਉਦੇਸ਼ ਨਾਲ NRI ਸਭਾ ਬਣੀ ਆ, ਕੀ ਉਹ ਉਦੇਸ਼ ਇਸ ਸਮੇਂ ਪੂਰਾ ਹੋ ਰਿਹਾ ਜਾਂ ਨਹੀਂ ਹੋ ਰਿਹਾ, ਇਹਦੀ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਲੋਕਾਂ ਤੱਕ ਜਿਹੜੀ ਆ ਉਹ ਪਹੁੰਚਣੀ ਚਾਹੀਦੀ ਹੈ। ਤੁਸੀਂ ਹੁਣ ਮੈਂਬਰ ਹੋਣ ਦੇ ਨਾਤੇ, ਆਪੋਜੀਸ਼ਨ ਹੋਣ ਦੇ ਨਾਤੇ ਕੰਮ ਕਰ ਰਹੇ ਹੋ NRI ਸਭਾ ਦੇ ਵਿੱਚ, ਤੇ ਕਿੰਨਾ ਕੁ ਕੰਮ ਕਿਸ ਤਰੀਕੇ ਨਾਲ ਕੰਮ ਕਰ ਰਹੇ ਹੋ ਤਾਂ ਕਿ ਲੱਗੇ ਕਿ ਜੇ ਪ੍ਰਧਾਨ ਨਹੀਂ ਆ ਤੇ ਘੱਟੋ ਘੱਟ ਉੱਥੇ NRI ਸਭਾ ਦੇ ਬਾਕੀ ਮੈਂਬਰ ਮੌਜੂਦ ਹੈ, ਕਿਤੇ ਇਹ ਨਾ ਅਹਿਸਾਸ ਹੋਵੇ ਨਾ ਬਾਕੀਆਂ ਨੂੰ ਕਿ ਪ੍ਰਧਾਨ ਸਾਹਿਬ ਹੈ ਨਹੀਂ ਆ ਤੇ ਕੋਈ ਵੀ ਨਹੀਂ, ਇਹਦਾ ਮਤਲਬ NRI ਸਭਾ ਹੀ ਕੰਮ ਨਹੀਂ ਕਰ ਰਹੀ। ਉਹ ਅਹਿਸਾਸ ਹੋਵੇ ਉਹਨਾਂ ਨੂੰ ਕਿ ਅਸੀਂ NRI ਸਭਾ ਜਾਵਾਂਗੇ ਦਫ਼ਤਰ ਦੇ ਵਿੱਚ ਤੇ ਸਾਡੇ ਕੰਮ, ਸਾਡੀਆਂ ਮੁਸ਼ਕਲਾਂ ਜਿਹੜੀਆਂ ਉਹ ਹੱਲ ਹੋ ਜਾਣਗੀਆਂ। ਮੈਂ ਪਹਿਲਾਂ ਹੀ ਕਹਿ ਚੁੱਕਾ ਜੀ, ਤੁਸੀਂ NRI ਸਭਾ ਆਓ, ਉੱਥੇ ਅਮਲਾ ਬੈਠਾ ਸਾਡਾ, ਉਹਦੇ ਕੋਲ ਆਪਣੀਆਂ ਪ੍ਰੋਬਲਮ ਲੈ ਕੇ ਆਓ, ਉਹ ਤੁਹਾਨੂੰ ਸੁਣਨਗੇ। ਜੇ ਕੋਈ ਉਹਨਾਂ ਦੇ ਇੱਦਾਂ ਦੀ ਕੋਈ ਗੱਲ ਹੋ ਗਈ ਵੀ ਉਹ ਹੱਲ ਨਹੀਂ ਕਰ ਸਕਦੇ, ਤੇ ਅਸੀਂ ਬੈਠੇ ਹਾਂ, ਅਸੀਂ ਤੁਹਾਡੇ ਲਈ ਐਡਮਿਨਿਸਟ੍ਰੇਸ਼ਨ ਕੋਲ ਜਾਵਾਂਗੇ, ਅਸੀਂ ਮੰਤਰੀ ਕੋਲ ਜਾਵਾਂਗੇ, ਸਾਰੀ ਗੱਲ ਤੁਹਾਨੂੰ ਨਾਲ ਲੈ ਕੇ ਕਰਾਂਗੇ। NRI ਦੇ ਲਈ ਅਸੀਂ ਤਿਆਰ ਬੈਠੇ ਹਾਂ। ਇੱਕ ਥੋੜ੍ਹਾ ਜਿਹਾ ਪਹਿਲੇ ਦੌਰ ਦੀ, ਤੁਹਾਡੇ ਦੌਰ ਦੀ ਜਿਹੜੀ ਗੱਲ ਜਦੋਂ ਪ੍ਰਧਾਨ ਹੋਇਆ ਕਰਦੀ ਸੀ, ਉਸ ਦੌਰ ਤੋਂ ਸ਼ੁਰੂ ਕਰ ਲੈਂਦੇ ਹਾਂ, ਕਿਉਂਕਿ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਕਿਹੜੀਆਂ ਸੀਗੀਆਂ, ਪਹਿਲੇ ਪਹਿਲ ਜਿਹੜੀਆਂ ਹੁੰਦੀਆਂ ਸੀ ਉਹ ਇਹ ਹੁੰਦੀਆਂ ਸੀਗੀਆਂ, ਕਿਸੇ ਨੇ ਸਾਡੀ ਜ਼ਮੀਨ ਦੱਬ ਲਈ ਹੈ, ਸਾਡੇ ਆਪਣਿਆਂ ਨੇ ਜ਼ਮੀਨ ਦੱਬ ਲਈ ਹੈ, ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਲੜਾਈ ਝਗੜੇ ਹੁੰਦੇ ਸੀ ਇੱਥੇ ਆਣ ਕੇ, ਅਤੇ ਉਹ ਸਾਰੀਆਂ ਚੀਜ਼ਾਂ ਕੀ ਕਰਦੀਆਂ ਸੀ, ਨਵੀਂ ਪੀੜ੍ਹੀ ਨੂੰ ਇੱਧਰ ਆਉਣ ਤੋਂ ਵਰਜਦੀਆਂ ਸੀਗੀਆਂ, ਰੋਕ ਦਿੰਦੀਆਂ ਸੀ, ਮੋਹ ਭੰਗ ਹੋ ਰਿਹਾ ਸੀਗਾ। NRI ਸਭਾ ਆਈ, ਲੱਗਾ ਕਿ ਪੰਜਾਬੀਆਂ ਦਾ ਮੋਹ, ਨਵੀਂ ਪੀੜ੍ਹੀ ਦਾ ਜਿਹੜਾ ਮੋਹ ਦੁਬਾਰਾ ਫਿਰ ਪੰਜਾਬ ਨਾਲ ਬਣੇਗਾ। NRI ਥਾਣੇ ਬਣੇ, ਚੇਅਰਮੈਨ ਤੱਕ ਨਿਯੁਕਤ ਕਰ ਦਿੱਤਾ ਗਿਆ, ਸਰਕਾਰ ਵਿੱਚ ਆਪ ਇਨਵੋਲਵ ਹੋਈ, NRI ਜਿਹੜੇ ਸੰਮੇਲਨ ਕਰਵਾਏ ਗਏ,
ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਲੱਗਾ ਤੁਹਾਨੂੰ ਕਿ ਬਹੁਤ ਫਰਕ ਆ ਗਿਆ, ਪ੍ਰਵਾਸੀ ਪੰਜਾਬੀਆਂ ਦਾ ਮੋਹ ਫਿਰ ਪੰਜਾਬ ਨਾਲ ਵਧਿਆ, ਹੱਲ ਹੋ ਗਿਆ ਉਹਨਾਂ ਦੇ ਸਾਰੇ ਮਸਲੇ, ਜਾਂ ਉਹ ਸਾਰੀਆਂ ਚੀਜ਼ਾਂ ਤਾਂ ਹੋਈਆਂ ਪਰ ਮਸਲੇ ਅਜੇ ਉੱਥੇ ਦੇ ਉੱਥੇ ਖੜੇ ਆ? ਬੜੀਆਂ ਮੀਟਿੰਗਾਂ ਹੋਈਆਂ ਜੀ। ਬਾਦਲ ਸਾਹਿਬ ਨੇ ਕਾਫੀ ਅੱਛੇ ਕਦਮ ਚੁੱਕੇ ਸੀਗੇ। ਉਹਨਾਂ ਨੇ ਸੈਮੀਨਾਰ ਕਰਵਾਏ ਹਰ ਜਗ੍ਹਾ, ਮੋਗੇ 'ਚ ਵੀ ਹੋਇਆ, ਜਲੰਧਰ 'ਚ ਵੀ ਹੋਇਆ, ਨਵੇਂ ਸ਼ਹਿਰ 'ਚ ਵੀ ਹੋਇਆ, ਸਾਰੀ ਜਗ੍ਹਾ। ਉਹਨਾਂ ਦੇ ਨਾਲ ਡਾਇਰੈਕਟਲੀ ਜਦੋਂ NRIs ਨੂੰ ਮਿਲਦੇ ਸੀ ਤਾਂ ਉਹਨਾਂ ਦੇ ਕੰਮ ਹੁੰਦੇ ਸੀ ਜੀ, ਔਰ ਇੱਕ ਬਹੁਤ ਅੱਛਾ ਉਪਰਾਲਾ ਸੀ ਉਹਨਾਂ ਦਾ। ਅਤੇ ਹੁਣ ਸਰਕਾਰ ਨੇ ਜਿਹੜੀ ਕਾਂਗਰਸ ਸਰਕਾਰ ਬਣੀ ਆ, ਇਹਨਾਂ ਨੇ ਸਾਰੇ ਕੰਮ ਉਲੀਕੇ ਸੀ ਪਰ ਅਜੇ ਕੋਈ ਸਿਰੇ ਚੜ੍ਹਿਆ ਨਹੀਂ। ਸਾਡੇ ਮੰਤਰੀ ਸਾਹਿਬ ਨੂੰ ਅਸੀਂ ਜਾ ਕੇ ਮਿਲਾਂਗੇ ਵੀ ਇਹ ਇੱਦਾਂ ਦੇ ਪ੍ਰੋਗਰਾਮ ਸ਼ੁਰੂ ਕਰਨ ਜਿੱਦਾਂ ਬਾਦਲ ਸਾਹਿਬ ਨੇ ਕੀਤੇ ਸੀ, ਅਤੇ NRIs ਦੀ ਜਿਹੜੀਆਂ ਸਮੱਸਿਆਵਾਂ ਆ ਉਹ ਹੱਲ ਹੋਣ। ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਹੱਲ ਹੋਣੀਆਂ ਚਾਹੀਦੀਆਂ। ਜਸਬੀਰ ਸਿੰਘ ਗਿੱਲ ਹੋਰੀ ਕਿਹੜੀਆਂ ਚੀਜ਼ਾਂ ਦੇਖਦੇ ਨੇ ਕਿ ਇਸ ਵੇਲੇ ਪਹਿਲ ਦੇ ਆਧਾਰ ਤੇ ਜਿਹੜੀਆਂ ਹੋਣੀਆਂ ਚਾਹੀਦੀਆਂ, ਆ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਪ੍ਰਵਾਸੀਆਂ ਨੂੰ, ਉਹਨਾਂ ਨੂੰ ਬਹੁਤ ਛੇਤੀ ਜਾਂ ਨੁਕਤੇ ਨਾਲ ਹੱਲ ਕੀਤਾ ਜਾ ਸਕਦਾ ਹੈ? ਕਿਉਂਕਿ ਤੁਹਾਡੇ ਕੋਲ ਇੱਕ ਤਜਰਬਾ ਵੀ ਹੈਗਾ, ਉਹ ਕਿਹੜੇ ਨੁਕਤੇ ਲੱਗਦੇ ਨੇ ਕਿ ਜੇ ਇਸ ਤਰੀਕੇ ਨਾਲ NRI ਸਭਾ ਕੰਮ ਕਰੇ, NRI ਸਭਾ ਦੇ ਨਾਲ ਸਰਕਾਰ ਜਿਹੜੀ ਆਣ ਕੇ ਖੜੀ ਹੋਵੇ, ਤੇ ਉਹ ਸਾਰਾ ਕੁਝ ਹੋ ਸਕਦਾ ਹੈ ਜਿਸ ਦੀ ਦਰਕਾਰ ਮਹਿਸੂਸ ਕੀਤੀ ਜਾ ਰਹੀ ਹੈ? ਕਾਫੀ ਮੀਟਿੰਗਸ ਹੋਈਆਂ ਜੀ। ਪਹਿਲਾਂ ਜਦੋਂ ਮੇਰੀ ਟਰਨਿਓਰ ਖਤਮ ਵੀ ਹੋ ਗਈ, ਉਦੋਂ ਬਾਅਦ ਮੈਂ ਤਕਰੀਬਨ ਮੈਨੂੰ ਹੀ ਮੀਟਿੰਗ ਦੇ ਵਿੱਚ ਜਾਣਾ ਪੈਂਦਾ ਸੀ, ਅਤੇ ਮੈਨੂੰ ਕਮਿਸ਼ਨਰ ਸਾਹਿਬ ਜਾਂ ਆਪ ਹੀ ਕਹਿੰਦੇ ਸੀ ਵੀ ਤੂੰ ਜਾ ਕੇ ਅਟੈਂਡ ਕਰਿਆ। ਕਾਫੀ ਮੀਟਿੰਗਸ ਹੋਈਆਂ ਸੀ, ਕਾਫੀ ਅਮੈਂਡਮੈਂਟਸ ਹੋਣੀਆਂ ਸੀਗੀਆਂ ਔਰ ਹੋਣ ਲੱਗੀਆਂ ਵੀ ਸੀ। ਉਹ ਇਲੈਕਸ਼ਨ ਕਰਕੇ ਵਿੱਚ ਆ ਗਈ, ਇਸ ਕਰਕੇ ਰੁਕ ਗਈਆਂ। ਮੇਰਾ ਖਿਆਲ ਵੀ ਜੇ ਪ੍ਰਧਾਨ ਸਾਹਿਬ ਹੁਣ ਆ ਜਾਣ ਦੁਬਾਰਾ, ਅਤੇ ਉਹ ਦੁਬਾਰਾ ਕੰਟੀਨਿਊ ਹੋ ਸਕਦੀਆਂ। ਜੇ ਉਹ ਸਾਰੇ ਹੱਲ ਹੋ ਜਾਣ ਅਤੇ ਇੱਕ ਵਾਰੀ NRI ਸਭਾ ਵੀ ਲਾਈਨ 'ਤੇ ਆ ਜਾਊਗੀ, ਪਲੱਸ NRIs ਜਿਹੜੇ ਆ ਉਹ ਵੀ ਖੁਸ਼ ਹੋ ਜਾਣਗੇ। ਜੇ ਨਵੇਂ ਜਿਹੜੇ ਲਾਜ਼ ਬਣੇ ਸੀ, ਟਾਈਮ ਫਰੇਮ ਦੇ ਵਿੱਚ ਕੰਮ ਹੋਣਾ, ਜਿੱਦਾਂ ਤੁਹਾਡੀ ਡਿਵੀਜ਼ਨ ਆ, ਉਹ 6 ਮਹੀਨੇ ਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਸੀ ਵੀ ਇਹ 6 ਮਹੀਨੇ ਦੇ ਵਿੱਚ ਜਿਹੜੀ ਡਿਵੀਜ਼ਨ ਆ ਉਹ ਭਰਾਵਾਂ ਨਾਲੋਂ, ਰਿਸ਼ਤੇਦਾਰਾਂ ਨਾਲੋਂ ਉਹ ਵੱਖਰੀ ਹੋ ਜਾਊਗੀ। ਸੋ ਇੱਦਾਂ ਦੇ ਕਾਫੀ ਕਾਨੂੰਨ ਨਵੇਂ ਬਣੇ ਸੀ, ਲੇਕਿਨ ਉਹ ਇਲੈਕਸ਼ਨ ਆਉਣ ਕਰਕੇ ਵਿੱਚ ਹੀ ਰਹਿ ਗਏ। ਅਤੇ ਜੇ ਪ੍ਰਧਾਨ ਸਾਹਿਬ ਇੱਥੇ ਹੁੰਦੇ ਤਾਂ ਉਹ ਮੇਰਾ ਖਿਆਲ ਹੁਣ ਤਾਈਂ ਕੰਟੀਨਿਊ ਹੋ ਜਾਣੇ ਸੀ। ਹੁਣ ਤੁਸੀਂ ਕੀ ਉਮੀਦ ਰੱਖਦੇ ਆ ਕਿ ਪ੍ਰਧਾਨ ਸਾਹਿਬ ਵਾਪਸ ਆਣ ਕੇ ਜਿਹੜਾ ਉਹ ਕੰਮ ਸ਼ੁਰੂ ਕਰ ਦੇਣ, ਠੀਕ ਤਰੀਕੇ ਨਾਲ ਕੰਮ ਕਰਨ, NRI ਸਭਾ ਨੂੰ ਅੱਗੇ ਤੋਰਨ, ਜਾਂ ਇਲੈਕਸ਼ਨ ਜਿਹੜੀ ਤੁਹਾਨੂੰ ਲੱਗਦਾ ਕਿ ਦੁਬਾਰਾ ਹੋਣੀ ਚਾਹੀਦੀ? ਦੇਖੋ, ਜੇ ਤਾਂ ਆਪਾਂ ਰੂਲਸ ਦੇ ਹਿਸਾਬ ਨਾਲ ਜਾਈਏ ਤਾਂ ਉਹਨਾਂ ਦਾ ਟਰਨਓਵਰ ਹੁਣ ਬਣਦੀ ਨਹੀਂ ਗੀ, ਕਿਉਂਕਿ 9 ਮਹੀਨੇ ਉਹ ਰਹੇ ਨਹੀਂ ਇੱਥੇ ਜੀ। ਕਿਉਂਕਿ ਜਿੱਦਣ ਉਹ ਇੱਥੋਂ ਗਏ ਉਦੋਂ ਲੋਕਡਾਊਨ ਹੈ ਨਹੀਂ ਸੀ, ਉਦੋਂ ਲੋਕਡਾਊਨ ਦਾ ਕੋਈ ਨਾਂ ਨਿਸ਼ਾਨ ਵੀ ਨਹੀਂ ਸੀ ਜੀ। ਹੁਣ ਜੇ ਉਹ ਨਹੀਂ ਐਲੀਜੀਬਲ ਰਹਿਣ ਦੇ ਤਾਂ ਉਹਨਾਂ ਨੂੰ ਚਲੇ ਜਾਣਾ ਚਾਹੀਦਾ ਆਪ ਹੀ, ਜਾਂ ਆਪ ਦੁਬਾਰਾ ਇਲੈਕਸ਼ਨ ਲੜ ਲੈਣ। ਅਸੀਂ ਇਲੈਕਸ਼ਨ ਲੜਨ ਤੋਂ ਉਹਨਾਂ ਨੂੰ ਕਹਿੰਦੇ ਨਹੀਂ, ਹੈ ਨਾ। ਸੋ ਇੱਦਾਂ ਦੇ ਰੂਲਸ ਹੈਗੇ ਆ, ਸਾਡਾ ਕੌਨਸਟੀਟਿਊਸ਼ਨ ਇਹ ਚੀਜ਼ ਕਹਿੰਦਾ ਆ। ਲੇਕਿਨ ਜੇ ਉਹ ਨਹੀਂ, ਈਵਨ ਜੇ ਉਹ ਆ ਕੇ ਵੀ ਆਪਣੀ ਟਰਨਿਓਰ ਪੂਰੀ ਕਰਨ ਜੀ, ਤੇ ਸਾਨੂੰ ਕੋਈ ਤਕਲੀਫ ਨਹੀਂ ਹੈਗੀ। ਅਸੀਂ ਲੋਕਡਾਊਨ ਦਾ ਉਹਨਾਂ ਨੂੰ ਐਡਵਾਂਟੇਜ ਦਿੰਦੇ ਹਾਂ ਵੀ ਉਹ ਆਪਣੇ 2 ਸਾਲ ਟਰਨਿਓਰ ਜਿਹੜੀ ਆ ਉਹ ਪੂਰੀ ਕਰਨ, ਅਤੇ ਕੋਈ ਐਡਾ ਵੱਡੀ ਓਬਜੈਕਸ਼ਨ ਵਾਲੀ ਕੋਈ ਗੱਲ ਨਹੀਂ ਹੈ। ਕਿਉਂਕਿ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਪ੍ਰਵਾਸੀ ਪੰਜਾਬੀ ਹੈ, ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿ ਪ੍ਰਧਾਨ ਕੌਣ ਆ ਅਤੇ ਕੌਣ ਨਹੀਂ ਹੈ। ਜੇ ਸਹੋਤਾ ਸਾਹਿਬ ਵਧੀਆ ਤਰੀਕੇ ਨਾਲ ਕੰਮ ਕਰਨਗੇ ਤੇ ਉਹਨਾਂ ਲਈ ਉਹੀ ਬਿਹਤਰ ਹੋਣੇ ਆ। ਜੇ ਤੁਸੀਂ ਕੰਮ ਕਰੋਗੇ ਜਾਂ ਕੋਈ ABCD ਕੋਈ ਹੋਰ ਵੀ ਹੋਏਗਾ ਤੇ ਉਹਨਾਂ ਲਈ NRI ਸਭਾ ਹੋਏਗੀ। ਪ੍ਰਧਾਨ ਆਉਣ ਜਾਂ ਜਾਣ ਨਾਲ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪਏਗਾ ਜੇ ਉਹਨਾਂ ਦੇ ਕੰਮ ਠੀਕ ਤਰੀਕੇ ਨਾਲ ਹੋਣ, ਇਹ ਸੰਸਥਾ ਠੀਕ ਤਰੀਕੇ ਨਾਲ ਕੰਮ ਜਿਹੜੀ ਆ ਉਹ ਕਰੇ। ਕਿਉਂਕਿ ਮਸਲਾ ਇੱਕੋ ਹੀ ਹੈ ਕਿ ਉਹਨਾਂ ਦੇ ਮਸਲੇ ਜਿਹੜੇ ਆ ਉਹ ਕਿੱਦਾਂ ਹੱਲ ਹੋ ਪਾਉਣਗੇ, ਉਹਨਾਂ ਦੀਆਂ ਸਮੱਸਿਆਵਾਂ ਕਿੱਦਾਂ ਜਿਹੜੀਆਂ ਉਹ ਹੱਲ ਹੋ ਪਾਉਣਗੀਆਂ। ਇਹ ਤਾਂ ਪ੍ਰਧਾਨ 'ਤੇ ਡਿਪੈਂਡ ਕਰਦਾ ਜੀ, ਪ੍ਰਧਾਨ ਕਿੰਨੀ ਕਾਬਲੀਅਤ ਰੱਖਦਾ। ਉਹ ਤਾਂ ਆਪਣੇ ਆਪ ਨੂੰ ਤੁਹਾਨੂੰ ਪ੍ਰੂਵ ਕਰਨਾ ਪਊਗਾ, ਉਹਨਾਂ ਦੇ ਕੰਮ ਕਰਕੇ ਤੁਹਾਨੂੰ ਆਪ ਵੀ ਹੋਰ ਤਜਰਬਾ ਹੋਊਗਾ, ਹੋਰ ਤੁਹਾਨੂੰ ਮੁਸ਼ਕਲਾਂ ਦਾ ਉਹਨਾਂ ਦਾ ਪਤਾ ਲੱਗੂਗਾ। ਸੋ ਇਹ ਡਿਪੈਂਡ ਕਰਦਾ ਤੁਸੀਂ ਪ੍ਰੈਜ਼ੀਡੈਂਟ ਕਿੱਦਾਂ ਦਾ ਚੁਣਦੇ ਹੋ, ਤਾਂ ਪ੍ਰੈਜ਼ੀਡੈਂਟ ਦੀ ਕਿੰਨੀ ਕੁ ਹੈਗੀ ਆ ਐਬਿਲਿਟੀ ਉਸ ਕੰਮ ਨੂੰ ਕਰਨ ਦੀ। ਔਰ ਮੇਰਾ ਖਿਆਲ ਆ ਵੀ ਸਾਨੂੰ ਮੌਕਾ ਦੇਣਾ ਚਾਹੀਦਾ, ਹਰ ਬੰਦੇ ਨੂੰ ਕਰਨ ਦਾ ਮੌਕਾ ਦੇਣਾ ਚਾਹੀਦਾ। ਸੋ ਜਸਵੀਰ ਸਿੰਘ ਗਿੱਲ ਜਿਹੜੇ ਸਾਬਕਾ ਪ੍ਰਧਾਨ ਨੇ NRI ਸਭਾ ਦੇ, ਬਹੁਤ ਸਾਰੇ ਨੁਕਤਿਆਂ ਦੇ ਉੱਤੇ ਨੇ ਬੇਬਾਕੀ ਨਾਲ ਜਿਹੜੀ ਆ ਉਹ ਗੱਲ ਉਹਨਾਂ ਨੇ ਰੱਖੀ ਹੈ ਕਿ ਜੇ ਪ੍ਰਧਾਨ ਵੱਲੋਂ ਕੰਮ ਠੀਕ ਤਰੀਕੇ ਨਾਲ ਨਹੀਂ ਕੀਤਾ ਜਾਂਦਾ ਤੇ ਉਹਨਾਂ ਨੂੰ ਜਾਂ ਆਪ ਹੀ ਜਿਹੜਾ ਆ ਉਹ ਪਿੱਛੇ ਹਟ ਜਾਣਾ ਚਾਹੀਦਾ, ਜਾਂ ਫਿਰ ਚੋਣ ਜਿਹੜੀ ਆ ਦੁਬਾਰਾ ਹੋਣੀ ਚਾਹੀਦੀ ਆ। ਪਰ ਹੋ ਸਕਦਾ ਹੈ ਕਿ ਇਹ ਬਿਆਨ ਦੇਖਣ ਸੁਣਨ ਵਾਲਿਆਂ ਨੂੰ ਸਿਆਸੀ ਲੱਗੇ,
ਪਰ ਜਦੋਂ ਅਸੀਂ ਨੁਕਤਿਆਂ ਦੇ ਮੁਤਾਬਕ ਗੱਲ ਕਰਦੇ ਹਾਂ ਤੇ ਸੱਚੀਓ ਜੇ ਕਿਸੇ ਅਹੁਦੇ ਲਈ ਕੋਈ ਚੁਣਿਆ ਜਾਂਦਾ ਤੇ ਉਸ ਅਹੁਦੇ ਤੇ ਲੰਬਾ ਸਮਾਂ ਕੰਮ ਹੀ ਨਹੀਂ ਕਰਦਾ ਤੇ ਫਿਰ ਸਵਾਲ ਵੀ ਉੱਠਣੇ ਲਾਜ਼ਮੀ ਆ ਤੇ ਫਿਰ ਇਦਾਂ ਦੀਆਂ ਗੱਲਾਂ ਹੋਣੀਆਂ ਵੀ ਲਾਜ਼ਮੀ ਆ। ਸਾਡਾ ਮਕਸਦ ਜਿਹੜਾ ਸੀ ਕਿ ਪ੍ਰਵਾਸੀ ਪੰਜਾਬੀਆਂ ਦੇ ਨਾਲ ਜਿਹੜੀ NRI ਸਭਾ ਆ, ਸਾਡੇ NRI ਭਰਾਵਾਂ ਦੇ ਨਾਲ ਕਿੰਨੀ ਕੁ ਖੜੀ ਆ ਉਹਨਾਂ ਦੇ ਮੁਸ਼ਕਲ ਦੇ ਸਮੇਂ ਦੇ ਵਿੱਚ, ਉਹ ਘੱਟੋ ਘੱਟ ਜਾਣਿਆ ਜਾਵੇ ਕਿਵੇਂ ਕੰਮ ਕਰ ਰਹੀ ਹੈ, ਕਿੰਨਾ ਕੁ ਕੰਮ ਕਰ ਰਹੀ ਹੈ। ਬਹੁਤ ਸਾਰੀਆਂ ਗੱਲਾਂ ਸਾਫ਼ ਵੀ ਹੋਈਆਂ ਤੇ ਬਹੁਤ ਸਾਰੀਆਂ ਗੱਲਾਂ ਜਸਵੀਰ ਸਿੰਘ ਜੀ ਕਹਿ ਸਕਦੇ ਕਿ ਗੋਲ-ਮੋਲ ਜੀਆਂ ਵੀ ਰਹਿ ਗਈਆਂ, ਜਿਨ੍ਹਾਂ ਦੇ ਬਾਰੇ ਹੋ ਸਕਦਾ ਤੁਹਾਡੀ ਆਪਣੀ ਮਜਬੂਰੀ ਹੋਵੇ ਕਿ ਖੁੱਲ੍ਹ ਕੇ ਉਸ ਤਰੀਕੇ ਨਾਲ ਗੱਲ ਨਹੀਂ ਕਰ ਸਕਦੇ, ਕਿਉਂਕਿ ਸੰਸਥਾਵਾਂ ਦੀਆਂ ਆਪਣੀਆਂ ਕੁਝ ਜਿਹੜੀਆਂ ਮਰਿਆਦਾਵਾਂ ਵੀ ਹੁੰਦੀਆਂ ਨੇ ਤੇ ਉਹਨਾਂ ਮਰਿਆਦਾਵਾਂ ਦੇ ਵਿੱਚ ਰਹਿ ਕੇ ਹੀ ਤੁਸੀਂ ਗੱਲ ਜਿਹੜੀ ਉਹ ਕਰਨੀ ਹੁੰਦੀ ਆ। ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ, ਪਰ ਫਿਰ ਵੀ ਜੋ ਕੋਈ ਨੁਕਤਾ ਰਹਿ ਗਿਆ ਤੁਹਾਡਾ ਗੱਲ ਕਰਨ ਤੋਂ, ਉਹ ਜ਼ਰੂਰ ਮੈਂ ਚਾਹੁੰਦਾ ਕਿ ਦੇਖਣ ਵਾਲਿਆਂ ਨੂੰ। ਦੇਖੋ, ਮੈਂ ਸਪਸ਼ਟ ਕਰਦਾ, ਜਿੱਤ ਹਾਰ ਹੁੰਦੀ ਆ, ਲੇਕਿਨ ਮੈਂ ਸਭ ਤੋਂ ਪਹਿਲਾਂ ਇਹੀ ਵੱਡੀ ਗੱਲ ਕਹੂੰਗਾ ਵੀ ਸਾਡੀ NRI ਦੀ ਇਹ ਯੂਨਿਟੀ ਹੋਊਗੀ, ਅਸੀਂ ਇਹਨੂੰ ਪੋਲੀਟਿਕਸ ਤੋਂ ਦੂਰ ਰੱਖਾਂਗੇ ਤੇ ਸ਼ਾਇਦ ਸਾਡੀ ਜਿਹੜੀ NRI ਆ ਹੋਰ ਜ਼ਿਆਦਾ ਤਰੱਕੀ ਕਰੂਗੀ। ਆਪਣੇ ਮਸਲੇ ਜਿਹੜੇ ਆ ਸਾਨੂੰ ਪਹਿਲਾਂ ਆਪ ਹੀ ਸੁਲਝਾ ਲੈਣੇ ਚਾਹੀਦੇ ਆ, ਸਾਨੂੰ ਸਰਕਾਰਾਂ ਵੱਲ ਨੂੰ ਨਹੀਂ ਭੱਜਣਾ ਚਾਹੀਦਾ, ਕਿਉਂਕਿ ਜੇ NGO ਸਟਰੋਂਗ ਹੋਊਗੀ ਤਾਂ ਸਰਕਾਰਾਂ ਸਾਡੀ ਗੱਲ ਮੰਨਣਗੀਆਂ, ਜੇ NGO ਸਟਰੋਂਗ ਨਹੀਂ ਹੋਊਗੀ, ਅਸੀਂ ਸਰਕਾਰਾਂ ਦੀ ਮਦਦ ਲਵਾਂਗੇ ਇਲੈਕਸ਼ਨਾਂ ਦੇ ਵਿੱਚ ਜਾਂ ਹੋਰ, ਉਹ ਸਾਡੇ ਵਫਾ ਨਹੀਂ ਕਰਨਗੀਆਂ, ਉਹ ਸਾਡਾ ਆਪ ਦਾ ਪਾੜਾ ਪਊਗਾ ਤੇ ਸਾਡੀ ਜਿਹੜੀ ਸਭਾ ਆ ਉਹ ਹੋਰ ਜ਼ਿਆਦਾ ਕਮਜ਼ੋਰ ਹੋਊਗੀ। ਜਿੱਦਾਂ ਕਿ ਤੁਸੀਂ ਹੁਣ ਜਾਣਦੇ ਹੀ ਆ ਵੀ ਸਾਡੀ ਸਭਾ 'ਤੇ ਕਬਜ਼ਾ ਹੋਣਾ ਸ਼ੁਰੂ ਹੋ ਗਿਆ, ਉੱਥੇ ADC ਅਪੀਲਸ ਬੈਠ ਗਿਆ ਆ ਕੇ, ਉਹ ਉੱਥੇ ਤਹਿਸੀਲਦਾਰ ਸਾਹਿਬ ਆ ਕੇ ਬੈਠ ਗਏ। ਇਹ ਤੋਂ ਸਪਸ਼ਟ ਹੁੰਦਾ ਆ ਕਿ ਉਹ ਸਾਡੀ ਸਭਾ ਨੂੰ ਬਹੁਤ ਕਮਜ਼ੋਰ ਕਰਨਾ ਚਾਹੁੰਦੇ ਆ ਔਰ ਸਾਡੇ ਤੋਂ ਖੋਣਾ ਚਾਹੁੰਦੇ ਆ। ਸਾਡੀ ਯੂਨਿਟੀ ਜਿਹੜੀ ਆ ਉਹ ਲਾਜ਼ਮੀ ਆ, ਅਸੀਂ ਆਪਸ ਵਿੱਚ ਹੀ ਆਪਣਾ ਹੱਲ ਕੱਢੀਏ, ਆਪਣਾ ਹੱਲ ਕੱਢ ਕੇ ਆਪਣਾ ਪ੍ਰਧਾਨ ਆਪ ਚੁਣੀਏ ਜੀ, ਕਿਸੇ ਤੋਂ ਮਦਦ ਨਾ ਲਈਏ। ਪੋਲੀਟੀਸ਼ੀਅਨਸ ਤੋਂ ਥੋੜ੍ਹਾ ਜਿਹਾ ਦੂਰ ਰਹੋਗੇ ਤਾਂ ਚੰਗਾ ਰਹੂਗਾ, ਜੇ ਆਪਾਂ ਪੋਲੀਟੀਸ਼ੀਅਨਸ ਦੀ ਮਦਦ ਲਵਾਂਗੇ ਤਾਂ ਇਹ ਸਾਨੂੰ ਟਿਕਣ ਨਹੀਂ ਦੇਣਗੇ ਕਿਤੇ। ਤੁਹਾਡੇ ਆਖਰੀ ਜਵਾਬ ਦੇ ਵਿੱਚੋਂ ਜਿੱਥੇ ਮੈਂ ਖ਼ਤਮ ਕਰਨਾ ਚਾਹੁੰਦਾ ਸੀ ਗੱਲ, ਉੱਥੇ ਹੀ ਇੱਕ ਸਵਾਲ ਹੋਰ ਖੜਾ ਹੋ ਗਿਆ। ਤੁਸੀਂ ਕਹਿੰਦੇ ਆ ਕਿ ਜਿਹੜਾ ਉਹ ਕਬਜ਼ਾ ਹੋਣਾ ਸ਼ੁਰੂ ਹੋ ਗਿਆ। ਇਹ ਦੋ ਗੱਲਾਂ ਇੱਥੇ, ਇਹ ਮੰਨ ਲਿਆ ਜਾਵੇ ਕਿ ਜਿਸ ਪੰਜਾਬ ਸਰਕਾਰ ਨੇ ਮਾਨਤਾ ਦਿੱਤੀ ਸੀਗੀ ਇੱਕ NGO ਦੇ ਤੌਰ 'ਤੇ NRI ਸਭਾ ਨੂੰ, ਉਹੀ ਸਰਕਾਰ ਹੁਣ ਇਸ ਨੂੰ ਖਾਣ ਵੱਲ ਤੁਰ ਪਈ ਹੈ। ਅਤੇ ਦੂਜੀ ਗੱਲ ਜਿਹੜੀ ਤੁਸੀਂ ਕਿਹਾ ਕਿ ਪੋਲੀਟਿਕਸ ਤੋਂ ਬਚਣ ਦੀ ਜ਼ਰੂਰਤ ਹੈ ਸਾਡੇ ਲੋਕਾਂ ਨੂੰ, ਅਤੇ ਉਹ ਜਿਹੜੇ ਬਚਦੇ ਖੁਦ ਜਿਹੜੀ NRI ਸਭਾ ਦੇ ਵਿਚਲੀ ਪੋਲੀਟਿਕਸ ਆ ਉਹ ਵੀ ਇਹਨੂੰ ਖਾ ਰਹੀ ਹੈ। ਦੇਖੋ, ਮੈਂ ਇਹ ਆਪਣੇ ਕੋਲੋਂ ਗੱਲ ਨਹੀਂ ਕਹਿ ਰਿਹਾ, ਮੈਂ ਉਹ ਗੱਲ ਕਹਿ ਰਿਹਾ ਜਿਹੜੀ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਲਿਖੀ ਹੋਈ ਆ ਜੀ, ਭਈ ਇਹਨੂੰ ਪੋਲੀਟਿਕਸ ਦੇ ਵਿੱਚੋਂ ਦੂਰ ਰੱਖਿਆ ਜਾਵੇ। ਇਹ ਸਾਡੀ ਕੌਨਸਟੀਟਿਊਸ਼ਨ ਦੇ ਵਿੱਚ ਆਲਰੇਡੀ ਹੈਗਾ ਆ। ਮੈਂ ਇਹ ਚਾਹੁੰਦਾ ਵੀ ਅਸੀਂ ਕੌਨਸਟੀਟਿਊਸ਼ਨ ਦੇ ਉੱਤੇ ਅਮਲ ਕਰੀਏ, ਆਪਸ ਵਿੱਚ ਹੀ ਆਪਣੇ ਜਿਹੜੇ ਡਿਫਰੈਂਸਿਸ ਆ ਉਹਨਾਂ ਨੂੰ ਮਿਟਾ ਕੇ ਇਕੱਠੇ ਹੋਈਏ, ਇਕੱਠੇ ਹੋ ਕੇ ਇੱਕ ਚੰਗੇ ਬੰਦੇ ਦੀ ਚੋਣ ਕਰਾ ਕੇ ਉਹਨੂੰ ਬਣਾਈਏ ਤੇ NRI ਸਭਾ ਨੂੰ ਉੱਪਰ ਲਿਜਾਈਏ। ਇਹ ਕਿਉਂਕਿ ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿ ਰਿਹਾ, ਇਹ ਮੈਂ ਕੌਨਸਟੀਟਿਊਸ਼ਨ ਦੀ ਗੱਲ ਕਹਿ ਰਿਹਾ ਜੀ। ਸੋ ਜੇ ਆਪਾਂ ਕੌਨਸਟੀਟਿਊਸ਼ਨ ਦੇ ਪਿੱਛੇ ਜਾਂਦੇ ਹਾਂ, ਕਰਦੇ ਹਾਂ, ਤਾਂ ਆਪਾਂ ਆਪਣਾ ਮਸਲਾ ਆਪ ਹੀ ਸੁਲਝਾ ਸਕਦੇ ਹਾਂ, ਸਾਨੂੰ ਕਿਸੇ ਹੋਰ ਬੰਦੇ ਦੀ ਲੋੜ ਨਹੀਂ। ਹੋਰ ਬੰਦੇ ਦੀ ਲੋੜ ਨਹੀਂ ਆ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਜਸਵੀਰ ਸਿੰਘ ਜੀ। ਥੈਂਕ ਯੂ ਜੀ, ਤੁਹਾਡਾ NRI ਭਰਾਵਾਂ ਭੈਣਾਂ ਦਾ ਬੜਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਅੱਜ ਪੰਜਾਬ TV ਵਾਲਿਆਂ ਨੇ ਮੈਨੂੰ ਤੁਹਾਡੇ ਰੂਬਰੂ ਕਰਵਾਇਆ। ਵਾਂਸ ਅਗੇਨ ਆਈ ਥੈਂਕ ਯੂ ਐਂਡ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਜਸਵੀਰ ਸਿੰਘ ਗਿੱਲ, ਸਾਬਕਾ ਪ੍ਰਧਾਨ NRI ਸਭਾ। ਔਰ ਸਿੱਧੇ ਤੌਰ 'ਤੇ ਗੱਲ ਕਰ ਲਈਏ ਕਿ ਮਸਲੇ ਬਹੁਤ ਸਾਰੇ ਨੇ ਅਤੇ ਜਦੋਂ ਉਹਨਾਂ ਨੂੰ ਫਰੋਲਣ ਦੀ ਗੱਲ ਕਰਦੇ ਹਾਂ, ਉਹਨਾਂ ਦੇ ਜਵਾਬ ਲੱਭਣ ਦੀ ਗੱਲ ਕਰਦੇ ਹਾਂ, ਅਤੇ ਕਈ ਵਾਰੀ ਜਵਾਬਾਂ ਦੀ ਥਾਂ 'ਤੇ ਹੋਰ ਅੱਗਿਓਂ ਕਈ ਸਵਾਲ ਖੜੇ ਹੋ ਜਾਂਦੇ ਨੇ। ਪਰ ਉਮੀਦ ਰੱਖਦੇ ਹਾਂ ਕਿ NRI ਸਭਾ ਜਿਹੜੇ ਮਨਸੂਬਿਆਂ, ਜਿਹੜੇ ਉਦੇਸ਼ਾਂ ਨੂੰ ਲੈ ਕੇ ਬਣਾਈ ਗਈ ਸੀ ਕਿ ਪ੍ਰਵਾਸੀ ਪੰਜਾਬੀਆਂ ਦੇ ਉਹ ਮਸਲੇ ਜਿਹੜੇ ਆ ਉਹਨਾਂ ਨੂੰ ਹੱਲ ਕਰੇਗੀ, ਇਹ NRI ਸਭਾ ਬਿਲਕੁਲ ਉਸੇ ਉਦੇਸ਼ ਅਤੇ ਮਨਸੂਬਿਆਂ ਦੇ ਉੱਤੇ ਤਹਿ ਦਿਲੀ ਨਾਲ ਕੰਮ ਕਰਦੀ ਆਉਣ ਵਾਲੇ ਸਮੇਂ ਦੇ ਵਿੱਚ ਨਜ਼ਰ ਆਏਗੀ। ਫਿਲਹਾਲ ਕੈਮਰਾਮੈਨ ਪ੍ਰਵੀਨ ਬੌਬੀ ਅਤੇ ਜਸਵੀਰ ਨੂੰ ਦਿਓ ਇਜਾਜ਼ਤ, ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।